ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਅਸੀਂ ਕੈਟੇਕਿਜ਼ਮ ਬੁੱਕ ਯਿਸੂ ਨਾਲ ਚੱਲਣਾ 8ਵੀਂ ਜਮਾਤ ਉਸਦਾ ਤੀਸਰਾ ਅਧਿਆਇ ਦੇਖਾਂਗੇ, ਜੋ ਕਿ ਹੈ ਪ੍ਰਭੂ ਯਿਸੂ ਨੇ ਅਜ਼ਮਾਇਸ਼ਾਂ ਦਾ ਸਾਹਮਣਾ ਕੀਤਾ। ਤੀਸਰਾ ਅਧਿਆਇ ਜੋ 18 ਪੇਜ ਤੇ ਹੈ, ਪ੍ਰਭੂ ਯਿਸੂ ਨੇ ਅਜ਼ਮਾਇਸ਼ਾਂ ਦਾ ਸਾਹਮਣਾ ਕੀਤਾ। ਉਸਦਾ ਪਹਿਲਾ ਪੈਰਾ ਇਸ ਪ੍ਰਕਾਰ ਹੈ, ਪ੍ਰਭੂ ਯਿਸੂ ਦੀ ਸੇਵਕਾਈ ਤੋਂ ਪਹਿਲਾਂ ਤਿਆਰੀ। ਪਾਕ ਅੰਜੀਲ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਯਿਸੂ ਰੂਹ ਦੀ ਅਗਵਾਈ ਹੇਠ ਸੁਨਸਾਨ ਥਾਂ ਵਿੱਚ ਆ ਗਿਆ ਤਾਂ ਜੋ ਉੱਥੇ ਸ਼ੈਤਾਨ ਉਸ ਨੂੰ ਪਰਖੇ। ਉਸਨੇ 40 ਦਿਨ ਅਤੇ 40 ਰਾਤ ਵਰਤ ਰੱਖਿਆ। ਪ੍ਰਭੂ ਯਿਸੂ ਰੂਹ ਪਾਕ ਦੀ ਅਗਵਾਈ ਹੇਠ ਉਜਾੜ ਬਿਆਬਾਨ ਵਿੱਚ ਇਸ ਲਈ ਗਏ ਤਾਂ ਜੋ ਉਹ ਆਪਣੀ ਸੇਵਕਾਈ ਤੋਂ ਪਹਿਲਾਂ ਤਿਆਰੀ ਕਰ ਸਕੇ। ਪੁਰਾਣੇ ਨੇਮ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਕਿ 40 ਦਿਨ ਦੀ ਤਿਆਰੀ ਨੂੰ ਬਹੁਤ ਖਾਸ ਅਹਿਮੀਅਤ ਦਿੱਤੀ ਗਈ ਹੈ। ਉਦਾਹਰਨ ਦੇ ਤੌਰ ਤੇ ਮੂਸਾ ਨਬੀ ਨੇ 40 ਦਿਨ ਰੋਜ਼ਾ ਰੱਖ ਕੇ ਤਿਆਰੀ ਕੀਤੀ। ਉਸ ਦੇ ਬਾਅਦ ਉਹ ਸੀਨੇ ਪਹਾੜ ਤੇ ਗਿਆ, ਜਿੱਥੇ ਉਸ ਨੂੰ ਖੁਦਾ ਨੇ ਆਪਣੇ ਨਿਯਮ ਦਿੱਤੇ। ਸਾਡੇ ਪੁਰਖੇ ਇਸਰਾਏਲੀਆਂ ਨੇ ਵੀ ਵਾਅਦੇ ਕੀਤੀ ਹੋਈ ਧਰਤੀ ਤੋਂ ਪਹਿਲਾਂ 40 ਦਿਨ ਤੱਕ ਕਨਾਨ ਦੀ ਧਰਤੀ ਦਾ ਭੇਦ ਲੈਂਦੇ ਰਹੇ। ਇਸਰਾਏਲੀ 40 ਸਾਲ ਤੱਕ ਉਜਾੜ ਬਿਆਬਾਨ ਵਿੱਚ ਘੁੰਮਦੇ ਫਿਰਦੇ ਰਹੇ। ਉਸ ਦਾ ਦੂਸਰਾ ਪੈਰਾ ਹੈ, ਪ੍ਰਭੂ ਯਿਸੂ ਦਾ ਪਰਖਿਆ ਜਾਣਾ। ਸੰਤ ਮਰਕੁਸ ਦੀ ਅੰਜੀਲ ਵਿੱਚ ਅਸੀਂ ਪੜ੍ਹਦੇ ਹਾਂ, ਰੂਹ ਪਾਕ ਯਿਸੂ ਨੂੰ ਤੁਰੰਤ ਬਾਹਰ ਉਜਾੜ ਬਿਆਬਾਨ ਵਿੱਚ ਲੈ ਗਿਆ। ਉਹ ਉਜਾੜ ਬਿਆਬਾਨ ਵਿੱਚ 40 ਦਿਨ ਰਿਹਾ। ਉੱਥੇ ਸ਼ੈਤਾਨ ਉਸ ਨੂੰ ਪਰਤਾਉਂਦਾ ਰਿਹਾ। ਉਹ ਜੰਗਲੀ ਜਾਨਵਰਾਂ ਨਾਲ ਰਹਿੰਦਾ ਸੀ ਅਤੇ ਫਰਿਸ਼ਤੇ ਉਸ ਦੀ ਟਹਿਲ ਸੇਵਾ ਕਰਦੇ ਸਨ। ਸ਼ੈਤਾਨ ਨੇ ਪ੍ਰਭੂ ਯਿਸੂ ਨੂੰ 3 ਵਾਰ ਅਜਮਾਇਆ ਕਿ ਉਹ ਖੁਦਾ ਆਪਣੇ ਬੇਟੇ ਦੀ ਮਰਜ਼ੀ ਪ੍ਰਤੀ ਸਮਝੌਤੇ ਵਾਲੇ ਰਿਵਾਇਤਾਂ ਇਖਤਿਆਰ ਕਰ ਲਵੇ। ਪ੍ਰਭੂ ਯਿਸੂ ਨੇ ਇਹਨਾਂ ਅਜ਼ਮਾਇਸ਼ਾਂ ਦਾ ਡਟ ਕੇ ਸਾਹਮਣਾ ਕੀਤਾ। ਇਹਨਾਂ ਅਜ਼ਮਾਇਸ਼ਾਂ ਨੂੰ ਆਦਮ ਅਤੇ ਇਸਰਾਏਲੀਆਂ ਦੇ ਜੀਵਨ ਵਿੱਚ ਆਏ ਪਰਤਾਵਿਆਂ ਦੇ ਪ੍ਰਤੀਰੂਪ ਦੇਖ ਸਕਦੇ ਹਾਂ। ਪ੍ਰਭੂ ਯਿਸੂ ਹਰ ਅਜ਼ਮਾਇਸ਼ ਦੇ ਖਿਲਾਫ ਮੂਸਾ ਦੇ ਵਿਧਾਨ ਦੇ ਵਚਨ ਦਾ ਸਹਾਰਾ ਲੈਂਦਾ ਰਿਹਾ। ਉਹ ਨਿਯਮ ਜੋ ਮੂਸਾ ਨੇ ਖੁਦਾ ਕੋਲੋਂ ਲੈ ਕੇ ਇਸਰਾਏਲੀਆਂ ਨੂੰ ਵਾਅਦੇ ਕੀਤੇ ਧਰਤੀ ਤੇ ਜਾਣ ਤੋਂ ਪਹਿਲਾਂ ਦਿੱਤੇ ਸਨ। ਇਸੇ ਤਰ੍ਹਾਂ ਪ੍ਰਭੂ ਯਿਸੂ ਨੇ ਉਸ ਹੁਕਮ ਦੀ ਪਾਲਣਾ ਕੀਤੀ ਜਿਸ ਦੀ ਉਲੰਘਣਾ ਇਸਰਾਏਲੀਆਂ ਨੇ ਕੀਤੀ ਸੀ। ਉਸ ਦਾ ਤੀਸਰਾ ਪੈਰਾ ਹੈ, ਪ੍ਰਭੂ ਯਿਸੂ ਦੀ ਪਹਿਲੀ ਅਜ਼ਮਾਇਸ਼। ਪਹਿਲੀ ਅਜ਼ਮਾਇਸ਼ ਇਹ ਸੀ ਕਿ 40 ਦਿਨ ਵਰਤ ਰੱਖਣ ਤੋਂ ਬਾਅਦ ਪ੍ਰਭੂ ਯਿਸੂ ਨੂੰ ਭੁੱਖ ਲੱਗੀ। ਪਵਿੱਤਰ ਵਚਨ ਸਾਨੂੰ ਦੱਸਦਾ ਹੈ, ਤਦ ਪਰਖਣ ਵਾਲੇ ਨੇ ਆ ਕੇ ਉਸ ਨੂੰ ਕਿਹਾ, ਜੇਕਰ ਤੂੰ ਖੁਦਾ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਆਗਿਆ ਦੇ ਕਿ ਇਹ ਰੋਟੀਆਂ ਬਣ ਜਾਣ। ਪਰ ਉਸਨੇ ਉੱਤਰ ਦਿੱਤਾ ਕਿ ਲਿਖਿਆ ਹੋਇਆ ਹੈ, ਮਨੁੱਖ ਨਿਰਾ ਰੋਟੀ ਨਾਲ ਹੀ ਨਹੀਂ ਸਗੋਂ ਖੁਦਾ ਦੇ ਮੂੰਹੋਂ ਨਿਕਲਣ ਵਾਲੇ ਹਰ ਇੱਕ ਸ਼ਬਦ ਨਾਲ ਜਿਉਂਦਾ ਰਹੇਗਾ। ਇਸ ਅਜ਼ਮਾਇਸ਼ ਵਿੱਚ ਸ਼ੈਤਾਨ ਇਹ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਯਿਸੂ ਖੁਦਾ ਦਾ ਬੇਟਾ ਹੋਣ ਦੇ ਨਾਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ, ਪੱਥਰਾਂ ਨੂੰ ਰੋਟੀ ਬਣਾਵੇ ਅਤੇ ਵਰਤ ਨੂੰ ਤੋੜੇ। ਇਸ ਅਜ਼ਮਾਇਸ਼ ਨੂੰ ਅਸੀਂ ਆਦਮ ਤੇ ਆਏ ਅਜ਼ਮਾਇਸ਼ ਦੇ ਰੂਪ ਵਿੱਚ ਦੇਖ ਸਕਦੇ ਹਾਂ, ਜਦ ਉਸਨੇ ਮਨਾ ਕੀਤੇ ਹੋਏ ਫਲ ਨੂੰ ਖਾਧਾ, ਅਤੇ ਇਸਰਾਏਲੀਆਂ ਦੇ ਪ੍ਰਤੀਰੂਪ ਵਿੱਚ ਵੀ ਜਦ ਉਹ ਮੂਸਾ ਦੇ ਵਿਰੁੱਧ ਬੜਬੜਾਏ ਕਿ ਉਹ ਉਹਨਾਂ ਨੂੰ ਉਜਾੜ ਵਿੱਚ ਮਾਰਨ ਲਈ ਲੈ ਆਇਆ ਹੈ, ਜਿੱਥੇ ਖਾਣ ਲਈ ਭੋਜਨ ਵੀ ਨਹੀਂ ਹੈ। ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਉਹੀ ਚੇਤਾਵਨੀ ਦਿੱਤੀ ਜੋ ਮੂਸਾ ਨੇ ਇਸਰਾਏਲੀਆਂ ਨੂੰ ਦਿੱਤੀ। ਸਾਡਾ ਮਸੀਹੀ ਸੁਭਾਅ ਸਾਡੇ ਪ੍ਰਭੂ ਯਿਸੂ ਮਸੀਹ ਵਰਗਾ ਹੋਣਾ ਚਾਹੀਦਾ ਹੈ, ਜਿਸ ਨੇ ਪਹਿਲੀ ਅਜ਼ਮਾਇਸ਼ ਦਾ ਮੁਕਾਬਲਾ ਡਟ ਕੇ ਕੀਤਾ। ਉਸਦਾ ਚੌਥਾ ਪੈਰਾ ਇਸ ਪ੍ਰਕਾਰ ਹੈ, ਪ੍ਰਭੂ ਯਿਸੂ ਦੀ ਦੂਸਰੀ ਅਜ਼ਮਾਇਸ਼। ਇਸ ਅਜ਼ਮਾਇਸ਼ ਵਿੱਚ ਸ਼ੈਤਾਨ ਚਾਹੁੰਦਾ ਸੀ ਕਿ ਪ੍ਰਭੂ ਯਿਸੂ ਖੁਦਾ ਦੀ ਆਰਾਧਨਾ ਕਰਨ ਦੀ ਬਜਾਏ ਉਸ ਨੂੰ ਝੁਕ ਕੇ ਸਿਜਦਾ ਕਰੇ। ਵਚਨ ਵਿੱਚ ਲਿਖਿਆ ਹੈ, ਫਿਰ ਸ਼ੈਤਾਨ ਉਸ ਨੂੰ ਉਤਾਹ ਲੈ ਗਿਆ ਅਤੇ ਪਲ ਭਰ ਸੰਸਾਰ ਦੀਆਂ ਸਾਰੀਆਂ ਬਾਦਸ਼ਾਹੀਆਂ ਉਸ ਨੂੰ ਵਿਖਾਈਆਂ ਅਤੇ ਉਸ ਨੂੰ ਕਿਹਾ, ਮੈਂ ਤੈਨੂੰ ਇਹ ਸਭ ਉੱਤੇ ਅਖਤਿਆਰ ਅਤੇ ਇਹਨਾਂ ਦੀ ਸ਼ਾਨ ਦੇ ਦੇਵਾਂਗਾ, ਕਿਉਂਕਿ ਇਹ ਸਭ ਮੈਨੂੰ ਦਿੱਤਾ ਗਿਆ ਹੈ ਅਤੇ ਜਿਸ ਨੂੰ ਮੈਂ ਚਾਹਾਂ ਉਸ ਨੂੰ ਮੈਂ ਇਹ ਦਿੰਦਾ ਹਾਂ। ਸ਼ੈਤਾਨ ਨੇ ਬਾਰੀ ਦਿਖਾਵੇ ਦੀਆਂ ਫੁਸਲਾਹਟਾਂ ਨਾਲ ਪ੍ਰਭੂ ਯਿਸੂ ਨੂੰ ਮੋਹਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪ੍ਰਭੂ ਯਿਸੂ ਉਸ ਨੂੰ ਝੁਕ ਕੇ ਸਿਜਦਾ ਕਰੇ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸੰਸਾਰ ਤੇ ਸ਼ੈਤਾਨ ਚੀਜ਼ਾਂ ਦਾ ਪ੍ਰਭਾਵ ਰਹਿੰਦਾ ਹੈ, ਪਰ ਪ੍ਰਭੂ ਯਿਸੂ ਕੁੱਲ ਦੁਨੀਆ ਦਾ ਰਾਜਾ ਹੈ। ਅਸੀਂ ਵਚਨ ਵਿੱਚ ਪੜ੍ਹਦੇ ਹਾਂ, ਹੁਣ ਕੁੱਲ ਸੰਸਾਰ ਦਾ ਰਾਜ
ਸਾਡੇ ਪ੍ਰਭੂ ਯਿਸੂ ਅਤੇ ਉਸ ਦੇ ਮਸੀਹ ਦਾ ਹੈ। ਉਹ ਅੰਤਕਾਲ ਤੱਕ ਰਾਜ ਕਰੇਗਾ। ਸ਼ੈਤਾਨ ਚਾਹੁੰਦਾ ਸੀ ਕਿ ਪ੍ਰਭੂ ਯਿਸੂ ਆਪਣੇ ਮਸੀਹ ਹੋਣ ਦੇ ਅਧਿਕਾਰ ਨੂੰ ਬਾਹਰੀ ਸ਼ਾਨੋ ਸ਼ੌਕਤ ਅਤੇ ਝੂਠੇ ਰਾਜਨੀਤਿਕ ਅਧਿਕਾਰ ਨਾਲ ਮਿਲਾ ਦੇਵੇ, ਪਰ ਪ੍ਰਭੂ ਯਿਸੂ ਨੇ ਇਸ ਸਭ ਨੂੰ ਨਕਾਰਿਆ। ਇਹ ਅਜਮਾਇਸ਼ ਸਾਨੂੰ ਸਾਡੇ ਪੁਰਖਿਆਂ ਦੁਆਰਾ ਇੱਕ ਖੁਦਾ ਦੀ ਥਾਂ ਮਨੁੱਖੀ ਹੱਥਾਂ ਨਾਲ ਬਣਾਏ ਬੁੱਤਾਂ ਦੀ ਕੀਤੀ ਉਪਾਸਨਾ ਵੱਲ ਵੀ ਕੇਂਦਰਿਤ ਕਰਦਾ ਹੈ। ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਡਾਂਟਦੇ ਹੋਏ ਇਸ ਵਚਨ ਦਾ ਹਵਾਲਾ ਲੈਂਦੇ ਹੋਏ ਕਿਹਾ, ਤੂੰ ਪ੍ਰਭੂ ਆਪਣੇ ਖੁਦਾ ਦੀ ਆਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ। ਸਾਡਾ ਪ੍ਰਭੂ ਯਿਸੂ ਆਪਣੀ ਦੂਸਰੀ ਅਜਮਾਇਸ਼ ਦੁਆਰਾ ਹਰ ਮਸੀਹ ਨੂੰ ਇੱਕ ਖੁਦਾ ਦੀ ਆਰਾਧਨਾ ਕਰਨ ਲਈ ਸਿਖਾਉਂਦਾ ਹੈ। ਅੱਗੇ ਹੈ ਪ੍ਰਭੂ ਯਿਸੂ ਦੀ ਤੀਸਰੀ ਅਜਮਾਇਸ਼। ਤੀਸਰੀ ਅਜਮਾਇਸ਼ ਦੁਆਰਾ ਸ਼ੈਤਾਨ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਯਿਸੂ ਖੁਦਾ ਨੂੰ ਪਰਖੇ। ਪ੍ਰਭੂ ਯਿਸੂ ਹਰ ਅਜਮਾਇਸ਼ ਦੀ ਘੜੀ ਵਚਨ ਦਾ ਹਵਾਲਾ ਲੈ ਰਿਹਾ ਸੀ। ਸ਼ੈਤਾਨ ਵੀ ਵਚਨ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ, ਫਿਰ ਸ਼ੈਤਾਨ ਉਸ ਨੂੰ ਯਰੂਸ਼ਲਮ ਲੈ ਗਿਆ ਅਤੇ ਹੈਕਲ ਦੇ ਬੁਰਜ ਦੀ ਟੀਸੀ ਉੱਤੇ ਖੜਾ ਕਰ ਦਿੱਤਾ ਅਤੇ ਉਸ ਨੂੰ ਕਿਹਾ, ਜੇਕਰ ਤੂੰ ਖੁਦਾ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਥੱਲੇ ਡੇਗ ਕੇ, ਕਿਉਂਕਿ ਲਿਖਿਆ ਹੋਇਆ ਹੈ, ਉਹ ਆਪਣੇ ਫਰਿਸ਼ਤਿਆਂ ਨੂੰ ਤੇਰੇ ਬਾਰੇ ਆਗਿਆ ਦੇਵੇਗਾ ਕਿ ਉਹ ਤੇਰੀ ਰਾਖੀ ਕਰਨ ਅਤੇ ਉਹ ਆਪਣੇ ਹੱਥਾਂ ਉੱਤੇ ਤੈਨੂੰ ਚੁੱਕ ਲੈਣਗੇ ਤਾਂ ਜੋ ਤੇਰੇ ਪੈਰਾਂ ਨੂੰ ਪੱਥਰ ਦੇ ਨਾਲ ਠੇਡਾ ਨਾ ਲੱਗੇ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਇਹ ਕਿਹਾ ਗਿਆ ਹੈ, ਤੂੰ ਪ੍ਰਭੂ ਆਪਣੇ ਖੁਦਾ ਦੀ ਪ੍ਰੀਖਿਆ ਨਾ ਲੈਣਾ। ਇਹ ਹਵਾਲਾ ਜ਼ਬੂਰ 91:11-12 ਵਿੱਚੋਂ ਲਿਆ ਗਿਆ ਹੈ। ਸ਼ੈਤਾਨ ਜ਼ਬੂਰਾਂ ਦੇ ਅਰਥਾਂ ਨੂੰ ਬਦਲ ਕੇ ਪੇਸ਼ ਕਰਦਾ ਹੈ ਕਿ ਲੋਕ ਖਤਰੇ ਲੈਣ, ਚਮਤਕਾਰ ਦੀ ਮੰਗ ਕਰਨ, ਇਹ ਦੇਖਣ ਲਈ ਕਿ ਖੁਦਾ ਆਪਣੇ ਵਚਨਾਂ ਤੇ ਪੱਕਿਆ ਰਹਿੰਦਾ ਹੈ। ਅਸਲ ਵਿੱਚ ਇਹ ਖੁਦਾ ਤੇ ਭਰੋਸਾ ਰੱਖਣ ਵਾਲੀ ਗੱਲ ਨਹੀਂ ਹੈ। ਅਸੀਂ ਖੁਦਾ ਦੀ ਕਿਸੇ ਵੀ ਕੰਮ ਵਿੱਚ ਪਰਖ ਨਹੀਂ ਲੈ ਸਕਦੇ। ਇਸ ਲਈ ਪ੍ਰਭੂ ਯਿਸੂ ਨੇ ਬਵਿਸਤਾ 6:16 ਵਿੱਚ ਲਿਖੇ ਵਚਨਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਮੂਸਾ ਇਸਰਾਏਲੀਆਂ ਨੂੰ ਝਿੜਕਦਾ ਹੈ ਕਿ ਉਹਨਾਂ ਨੇ ਉਜਾੜ ਵਿੱਚ ਖੁਦਾ ਨੂੰ ਪਰਖਿਆ। ਪ੍ਰਭੂ ਯਿਸੂ ਦੀਆਂ ਅਜ਼ਮਾਇਸ਼ਾਂ ਦਾ ਸਾਡੇ ਜੀਵਨ ਵਿੱਚ ਮਹੱਤਵ। ਪ੍ਰਭੂ ਯਿਸੂ ਸ਼ੈਤਾਨ ਦੀ ਹਰ ਅਜ਼ਮਾਇਸ਼ ਦਾ ਸਾਹਮਣਾ ਇਸ ਲਈ ਕਰ ਪਾਇਆ ਕਿਉਂ ਜੋ ਉਸ ਦੇ ਅੰਦਰ ਰੂਹਾਨੀ ਬਲ ਸੀ, ਜੋ ਉਸਨੇ ਰੋਜ਼ਾ ਅਤੇ ਪ੍ਰਾਰਥਨਾ ਕਰਕੇ ਪ੍ਰਾਪਤ ਕੀਤਾ। ਸ਼ੈਤਾਨ ਜਿਸ ਨੇ ਪ੍ਰਭੂ ਯਿਸੂ ਨੂੰ ਪਰਤਾਇਆ, ਉਹ ਸਾਡੇ ਜੀਵਨ ਦੇ ਹਾਲਾਤਾਂ ਵਿੱਚ ਵੀ ਕਈ ਢੰਗਾਂ ਨਾਲ ਆਉਂਦਾ ਹੈ ਅਤੇ ਉਸ ਦਾ ਮੁਕਾਬਲਾ ਕਰਨ ਲਈ ਸਾਡੇ ਅੰਦਰ ਵੀ ਰੂਹਾਨੀ ਬਲ ਹੋਣਾ ਬਹੁਤ ਜ਼ਰੂਰੀ ਹੈ। ਸੰਤ ਪਤਰਸ ਰਸੂਲ ਦੇ ਸ਼ਬਦ ਸਾਡੇ ਲਈ ਚੇਤਾਵਨੀ ਹਨ, ਤੁਸੀਂ ਆਪਣੇ ਆਪ ਨੂੰ ਨਿਯਮਬੰਦ ਰੱਖੋ ਅਤੇ ਜਾਗਦੇ ਰਹੋ, ਕਿਉਂ ਜੋ ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਸ਼ਹਿਰ ਲਈ ਘੁੰਮਦਾ ਫਿਰਦਾ ਹੈ ਅਤੇ ਝਾਕ ਰਿਹਾ ਹੈ ਕਿ ਉਹ ਕਿਸ ਨੂੰ ਪਾੜ ਖਾਵੇ। ਈਮਾਨ ਵਿੱਚ ਮਜ਼ਬੂਤ ਤੁਸੀਂ ਡਟ ਕੇ ਉਸ ਦਾ ਮੁਕਾਬਲਾ ਕਰੋ। ਪ੍ਰਭੂ ਯਿਸੂ ਦੀਆਂ ਅਜ਼ਮਾਇਸ਼ਾਂ ਸਾਨੂੰ ਸਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਮਿਸ਼ਨ ਕਾਰਜ ਨੂੰ ਪੂਰਾ ਕਰਨ ਲਈ ਉਸ ਨੂੰ ਅੰਦਰੂਨੀ ਤੌਰ ਤੇ ਸੰਘਰਸ਼ ਕਰਨਾ ਪਿਆ। ਸਾਡੇ ਲਈ ਇਹ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਪੁੱਛੀਏ, ਜੀਵਨ ਵਿੱਚ ਅਸਲ ਕਿਹੜੀ ਚੀਜ਼ ਮਾਇਨੇ ਰੱਖਦੀ ਹੈ। ਹਰ ਅਜ਼ਮਾਇਸ਼ ਦੇ ਵੇਲੇ ਸਾਡੇ ਅੰਦਰ ਇਹ ਸੰਘਰਸ਼ ਹੈ, ਇਹ ਤੈਅ ਕਰਨ ਦੇ ਲਈ ਕਿ ਮੈਂ ਖੁਦਾ ਨੂੰ ਪਹਿਲ ਦੇਣੀ ਹੈ ਜਾਂ ਆਪਣੇ ਆਪ ਨੂੰ। ਦੁਨਿਆਵੀ ਮੋਹ ਅਤੇ ਹਰ ਤਰ੍ਹਾਂ ਦਾ ਆਕਰਸ਼ਣ ਸਾਡਾ ਖੁਦਾ ਵੱਲੋਂ ਧਿਆਨ ਬੇਧਿਆਨਾ ਕਰ ਦਿੰਦਾ ਹੈ, ਪਰ ਯਿਸੂ ਹੀ ਅਸਲ ਵਿੱਚ ਸਾਡਾ ਅਜ਼ਮਾਇਸ਼ਾਂ ਦੇ ਵੇਲੇ ਬਿਹਤਰੀਨ ਉਦਾਹਰਨ ਅਤੇ ਮਾਰਗਦਰਸ਼ਕ ਹੈ। ਵਚਨ ਤੇ ਆਧਾਰਿਤ ਜੀਵਨ। ਖੁਦਾ ਦੀ ਬਾਣੀ ਸਾਨੂੰ ਬਲ ਪ੍ਰਦਾਨ ਕਰਦੀ ਹੈ ਕਿ ਅਸੀਂ ਅਜ਼ਮਾਇਸ਼ਾਂ ਤੇ ਜਿੱਤ ਪਾ ਸਕੀਏ। ਜ਼ਬੂਰਕਾਰ ਲਿਖਦਾ ਹੈ, ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਲੋਹ ਹੈ, ਅਤੇ ਮੈਂ ਤੇਰੇ ਵਚਨ ਆਪਣੇ ਮਨ ਵਿੱਚ ਰੱਖਿਆ ਹੈ ਕਿ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ। ਖੁਦਾ ਦੀ ਬਾਣੀ ਸਾਨੂੰ ਪਾਪਾਂ ਦੇ ਰਾਹ ਤੋਂ ਦੂਰ ਰੱਖਦੀ ਹੈ। ਇਹ ਸਾਨੂੰ ਸ਼ੁੱਧ ਕਰਦੀ ਹੈ। ਉਹ ਜੋ ਰੋਜ਼ਾਨਾ ਪਵਿੱਤਰ ਬਾਣੀ ਪੜ੍ਹਦਾ ਹੈ ਅਤੇ ਉਸੇ ਅਨੁਸਾਰ ਚੱਲਦਾ ਹੈ, ਉਹ ਕਦੇ ਭਟਕਦਾ ਨਹੀਂ ਹੈ। ਹਰ ਰੋਜ਼ ਵਚਨ ਪੜ੍ਹਨ ਵਾਲਾ ਆਦਮੀ ਉਸ ਸਮਝਦਾਰ ਇਨਸਾਨ ਵਰਗਾ ਹੈ ਜਿਸਨੇ ਆਪਣੇ ਘਰ ਦੀ ਨੀਂਹ ਪਹਾੜ ਤੇ ਰੱਖੀ ਹੈ। ਖੁਦਾ ਦੀ ਬਾਣੀ ਸਾਡੇ ਜੀਵਨ ਦੇ ਹਰ ਹਾਲਾਤ ਨੂੰ ਬਦਲ ਦਿੰਦੀ ਹੈ। ਇੱਥੇ ਇਹ ਚੈਪਟਰ ਖਤਮ ਹੁੰਦਾ ਹੈ। ਹੁਣ ਅਸੀਂ ਇਸ ਚੈਪਟਰ ਦੇ ਸਵਾਲ ਜਵਾਬ ਦੇਖਾਂਗੇ। ਇਸ ਦੇ ਕੁੱਲ 6 ਸਵਾਲ ਜਵਾਬ ਹਨ ਤੇ ਇਸ ਦਾ ਪਹਿਲਾ ਪ੍ਰਸ਼ਨ ਹੈ, ਪ੍ਰਭੂ ਯਿਸੂ ਨੇ ਆਪਣੀ ਸੇਵਕਾਈ ਤੋਂ ਪਹਿਲਾਂ ਕਿੰਨਾ ਸਮਾਂ ਰੋਜ਼ਾ ਰੱਖ ਕੇ ਦੁਆ ਕੀਤੀ? ਪ੍ਰਭੂ ਯਿਸੂ ਨੇ ਆਪਣੀ ਸੇਵਕਾਈ ਤੋਂ ਪਹਿਲਾਂ ਕਿੰਨਾ ਸਮਾਂ ਰੋਜ਼ਾ ਰੱਖ ਕੇ ਦੁਆ ਕੀਤੀ? ਇਹ ਪਹਿਲਾ ਪ੍ਰਸ਼ਨ ਹੈ। ਇਸ ਦਾ ਜਵਾਬ ਪੇਜ 18 ਉਸ ਦੇ ਪਹਿਲੇ ਪੈਰੇ ਵਿੱਚ ਹੈ
कि प्रभु यीशु ने 40 दिन ਅਤੇ 40 रात व्रत रख के अपनी सेवकाई तो पहला दुआ की। 40 दिन ਅਤੇ 40 रात। उसका दूसरा प्रश्न है, प्रभु यीशु का परखिया जाना साडे लई की संदेश दिंदा है? प्रभु यीशु का परखिया जाना साडे लई की संदेश दिंदा है? उसका उत्तर है दूसरा पैरा ਅਤੇ उसका दूसरे पैरे विच इसका उत्तर है कि शैतान ने प्रभु यीशु ਨੂੰ 3 वार अजमाया कि वह खुदा अपने बेटे की मर्जी प्रति समझौते वाली रिवायतां अख्तियार कर लवे। प्रभु यीशु ने इन्हां अजमाइशां का डट के सामना किया। इन्हां अजमाइशां नूं आदम ਅਤੇ इसराइलियां के जीवन विच आए परताविਆਂ के प्रतिरूप देख सकते हाँ। प्रभु यीशु हर अजमाइश के खिलाफ मूसा के विधान के वचन का सहारा लिया। ਉਹ नियम जो मूसा ने खुदा कोलों लैके इसराइलियां नूं वायदे कीती धरती ते जाण तो पहला दिता। इस तरह प्रभु यीशु ने उस हुक्म की पालना की जिस दी उलंघना इसराइलियां ने की सी। हुण है तीसरा प्रश्न, प्रभु यीशु की पहली अजमाइश तो सानू की सिक्ख्या मिलती है? इसका उत्तर है 19 पेज अते तीसरे पैरे। प्रभु यीशु की पहली अजमाइश का जो दूसरा पैरा है उसदे विच इस अजमाइश विच शैतान ये कोशिश करता है कि वह प्रभु यीशु खुदा का बेटा होने के नाते अपने अधिकार का इस्तेमाल करे, पत्थरां नूं रोटी बनावे अते व्रत नूं तोड़े। इस अजमाइश नूं असीं आदम ते आए अजमाइशा के रूप विच भी देख सकते हाँ। जद उसने मना किए हुए फल नूं खाधा अते इसराइलियां के प्रतिरूप विच भी जद वो मूसा के विरुद्ध बड़बड़ाए कि वह उन्हां नूं उजाड़ विच मरन लई लै आया जिथे खाण लई भोजन भी नहीं है। प्रभु यीशु ने शैतान नूं ओही चेतावनी दिती जो मूसा ने इसराइलियां नूं दिती। साडा मसीही सुभाव साडे प्रभु यीशु मसीह वर्गा होना चाहिए है जिसने पहली अजमाइश का मुकाबला डट के कीता। फिर है चौथा प्रश्न, प्रभु यीशु की दूजी अजमाइश तो सानू की सिक्ख्या मिलती है? प्रश्न चौथा, प्रभु यीशु की दूसरी अजमाइश तो सानू की सिक्ख्या मिलती है? इसका उत्तर भी 19 पेज ते है। प्रभु यीशु की दूसरी अजमाइश पैरा अते उसदे तीसरे पर पैरे विच शैतान चाहुंदा सी। इसका उत्तर है शैतान चाहुंदा सी कि प्रभु यीशु अपने मसीह होने के अर्थ नूं बाहरी शानो शौकत अते झूठे राजनीतिक अधिकार नाल मिला देवे, पर प्रभु यीशु ने इस सब नूं नकारिया। यह अजमाइश सानू साडे पुरखियां द्वारा एक खुदा दी थां मनुखी हत्थां नाल बनाई बुत्तां दी कीती उपासना वाल केंद्रित करदा है। प्रभु यीशु ने शैतान नूं डांटदे हुए वचन दे हवाला दिंदे हुए कहा, तू प्रभु अपने खुदा की आराधना कर अते सिर्फ उसे दी ही सेवा कर। साडा प्रभु यीशु अपनी दूसरी अजमाइश द्वारा हर मसीह नूं एक खुदा की आराधना करन लई सिखाउंदा है। फिर है पंजवां प्रश्न, प्रभु यीशु की तीसरी अजमाइश सानू की सिक्ख्या दिंदी है? इसका जवाब है 20 पेज ते प्रभु यीशु की तीसरी अजमाइश उसके दूसरे पर पैरे विच शैतान जबूरा के अर्थां नूं बदल के पेश करता है कि लोग खतरे लैण, चमत्कार की मांग करन अते इह देखण लई कि खुदा अपने वचनां ते पक्किया रहिंदा है कि नहीं। असल विच इह खुदा ते भरोसा रखण वाली गल नहीं है। असीं खुदा दी किसी भी काम विच परख नहीं लै सकदे। इसलिए प्रभु यीशु ने व्यवस्थासार 6:16 विच लिखे वचन का हवाला दिता जिस विच मूसा इसराइलियां नूं झिड़कदा है अते उन्हां ने उजाड़ विच खुदा नूं परखिया। यह सी पंजवां उत्तर। हुण असीं छेवां जो लास्ट प्रश्न है उसनूं देखांगे, प्रभु यीशु दीआं अजमाइशां दा साडे जीवन विच की महत्व है? प्रभु यीशु दीआं अजमाइशां दा साडे जीवन विच की महत्व है? इसका उत्तर है 20 पेज। प्रभु यीशु दीआं अजमाइशां साडे जीवन विच महत्व उसका दूसरा पैरा। प्रभु यीशु दीआं अजमाइशां सानू सिखाउंदियां हन कि किस तरह अपने मिशन कारज नूं पूरा करन लई सानू अंदरूनी तौर पर संघर्ष करना पैंदा है। साडे लई यह जरूरी है कि अपने आप नूं पुछीए कि जीवन विच असल किहड़ी चीज़ मायने रखदी है। हर अजमाइश दे वेले साडे अंदर एक संघर्ष है यह तय करन दे लई कि खुदा नूं पहल देनी है जां अपने आप नूं। दुनियावी मोह अते हर तरह का आकर्षण साडा खुदा वल्लों ध्यान बेध्याना कर दिंदा है, पर प्रभु यीशु ही असल विच साडी अजमाइश दे वेले बेहतरीन उदाहरण अते मार्गदर्शक है। प्यारे बच्चों, इत्थे सारे प्रश्न खत्म हुंदे हन।
ਜੋ ਤੀਸਰਾ ਅਧਿਆਇ ਹੈ ਆਪਾਂ ਉਹ ਪੜ੍ਹ ਵੀ ਲਿਆ ਹੈ ਤੇ ਉਸਦੇ ਪ੍ਰਸ਼ਨ ਉੱਤਰ ਵੀ ਕਰ ਲਏ ਹਨ।